Welcome back everyone to the official YouTube channel of Yes Academy. I am Yogesh. In the last few lectures ਆਪਾਂ soil mechanics ਸ਼ੁਰੂ ਕੀਤੀ ਸੀ, soil properties, soil classifications ਬਾਰੇ ਪੜ੍ਹਿਆ ਸੀ। ਅੱਜ ਜੋ ਆਪਾਂ ਟੌਪਿਕ ਸ਼ੁਰੂ ਕਰਨਾ ਹੈ that is soil structure. I hope ਕਿ ਤੁਸੀਂ ਸਾਰਿਆਂ ਨੇ ਪਿਛਲੇ ਟੌਪਿਕਸ ਦੇਖ ਲਏ ਹੋਣਗੇ, ਪਿਛਲੇ ਟੌਪਿਕਸ ਧਿਆਨ ਨਾਲ ਕਰ ਲਏ ਹੋਣਗੇ। ਅੱਜ ਆਪਾਂ ਅਗਲੇ ਟੌਪਿਕ ਬਾਰੇ ਸ਼ੁਰੂ ਕਰਦੇ ਹਾਂ। soil structure ਕਿਸੇ ਵੀ ਚੀਜ਼ ਦੀ ਸਟਰਕਚਰ ਨੂੰ ਫਾਰਮ ਕਰਨ ਦੇ ਲਈ ਕੁਝ ਕੁ ਫੋਰਸਿਸ ਰਿਸਪੌਂਸਿਬਲ ਹੁੰਦੀਆਂ ਨੇ। In case of soil ਦੋ ਤਰੀਕੇ ਦੀਆਂ ਫੋਰਸਿਸ ਮੇਨਲੀ ਕੰਮ ਕਰਦੀਆਂ ਨੇ। ਇੱਕ ਤਾਂ ਜਿਹਨੂੰ ਆਪਾਂ ਅਟਰੈਕਟਿਵ ਫੋਰਸਿਸ ਬੋਲ ਦਿੰਦੇ ਹਾਂ। ਅਟਰੈਕਟਿਵ ਫੋਰਸਿਸ ਤੋਂ ਮੇਰਾ ਮਤਲਬ ਹੈ ਜਿਵੇਂ ਆਪਾਂ ਵੰਡਰਵਾਲ ਫੋਰਸਿਸ ਬੋਲ ਦਿੰਦੇ ਹਾਂ ਜਾਂ ਇਲੈਕਟ੍ਰੀਕਲ ਚਾਰजेस ਬੋਲ ਦਿੰਦੇ ਹਾਂ। ਅਟਰੈਕਟਿਵ ਫੋਰਸਿਸ ਹੋ ਗਈਆਂ। ਸੈਕਿੰਡ ਹੁੰਦੀ ਹੈ ਗ੍ਰੈਵਿਟੇਸ਼ਨਲ ਫੋਰਸ। ਗ੍ਰੈਵਿਟੇਸ਼ਨਲ ਫੋਰਸ ਬਾਰੇ ਆਪਾਂ ਸਾਰਿਆਂ ਨੂੰ ਪਤਾ ਹੈ ਇਹ ਉਹ ਫੋਰਸ ਹੁੰਦੀ ਹੈ ਜਿਹੜੀ weight ਨਾਲ ਐਕਟ ਕਰਦੀ ਹੈ। ਜਿੰਨਾ weight ਜ਼ਿਆਦਾ ਹੋਏਗਾ ਉਨੀ ਗ੍ਰੈਵਿਟੇਸ਼ਨਲ ਫੋਰਸ ਵੀ ਕੀ ਹੋਊਗੀ, ਜ਼ਿਆਦਾ ਹੋਊਗੀ। ਤਾਂ ਹੁਣ ਜੇ ਆਪਾਂ ਅਟਰੈਕਟਿਵ ਫੋਰਸਿਸ ਦੇਖੀਏ ਤਾਂ ਅਟਰੈਕਟਿਵ ਫੋਰਸਿਸ ਸਾਈਜ਼ ਦੇ ਇਨਵਰਸਲੀ ਪ੍ਰੋਪੋਰਸ਼ਨਲ ਹੁੰਦੀਆਂ ਨੇ। ਜਿਹੜੀਆਂ ਅਟਰੈਕਟਿਵ ਫੋਰਸਿਸ ਹੁੰਦੀਆਂ ਨੇ ਜਿੰਨਾ ਸਾਈਜ਼ ਵੱਡਾ ਹੋਊਗਾ ਉਨੀ ਅਟਰੈਕਟਿਵ ਫੋਰਸਿਸ ਘੱਟ ਹੁੰਦੀਆਂ ਨੇ। ਆਪਾਂ ਛੋਟੇ ਹੁੰਦੇ ਵੰਡਰਵਾਲ ਫੋਰਸਿਸ ਬਾਰੇ ਪੜ੍ਹਿਆ। ਵੰਡਰਵਾਲ ਫੋਰਸਿਸ ਸਾਈਜ਼ ਦੇ ਇਨਵਰਸਲੀ ਪ੍ਰੋਪੋਰਸ਼ਨਲ ਹੁੰਦੀਆਂ। ਜਿੰਨਾ ਸਾਈਜ਼ ਵੱਧਦਾ ਚਲਾ ਜਾਂਦਾ ਉਨੀਆਂ ਮੇਰੀਆਂ ਅਟਰੈਕਟਿਵ ਫੋਰਸਿਸ ਘੱਟ ਹੁੰਦੀਆਂ ਚਲੇ ਜਾਂਦੀਆਂ ਹੁੰਦੀਆਂ। ਜੇ ਆਪਾਂ ਗ੍ਰੈਵਿਟੇਸ਼ਨਲ ਫੋਰਸਿਸ ਦੀ ਗੱਲ ਕਰੀਏ, ਗ੍ਰੈਵਿਟੇਸ਼ਨਲ ਫੋਰਸਿਸ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਸਾਈਜ਼ ਹੁੰਦੀਆਂ ਨੇ। ਯਾਨੀ ਕਿ ਜਿੰਨਾ ਸਾਈਜ਼ ਜ਼ਿਆਦਾ ਹੋਏਗਾ ਉਨੀ ਗ੍ਰੈਵਿਟੇਸ਼ਨਲ ਫੋਰਸਿਸ ਵੀ ਕੀ ਹੋਣਗੀਆਂ, ਜ਼ਿਆਦਾ ਹੋਣਗੀਆਂ। ਜੇ ਆਪਾਂ ਹੁਣ ਇਹਨਾਂ ਦੇ ਬੇਸ ਦੇ ਉੱਪਰ ਸਟਰਕਚਰ ਦੇਖੀਏ ਸੋਇਲ ਦੀ ਕਿੰਨੇ ਤਰ੍ਹਾਂ ਦੀ ਫਾਰਮ ਹੋ ਸਕਦੀ ਹੈ, ਤਾਂ ਸੋਇਲ ਦੀਆਂ ਬੇਸਿਕਲੀ ਤਿੰਨ ਤਰ੍ਹਾਂ ਦੀਆਂ ਸਟਰਕਚਰ ਫਾਰਮ ਹੋ ਸਕਦੀਆਂ ਹੁੰਦੀਆਂ। ਸਭ ਤੋਂ ਪਹਿਲੀ ਜਿਹੜੀ ਸਟਰਕਚਰ ਪੋਸੀਬਲ ਹੁੰਦੀ ਹੈ ਇਹ ਹੁੰਦੀ ਹੈ ਸਿੰਗਲ ਗ੍ਰੇਨ ਸਟਰਕਚਰ। ਸਿੰਗਲ ਗ੍ਰੇਨ ਸਟਰਕਚਰ ਕਿਸ ਤਰ੍ਹਾਂ ਨਾਲ ਫਾਰਮ ਹੁੰਦੀ ਹੈ? ਇਹ ਬਹੁਤ ਹੀ ਸਿੰਪਲ ਜੀ ਸਟਰਕਚਰ ਹੁੰਦੀ ਹੈ। ਜੇ ਆਪਣੇ ਕੋਲ ਕੋਈ ਵੀ ਸੈਂਡੀ ਸੋਇਲ ਹੋਵੇ ਜਾਂ ਕੋਈ ਵੀ ਗ੍ਰੈਵਲੀ ਸੋਇਲ ਹੋਵੇ, ਜੇ ਆਪਾਂ ਉਹਨੂੰ ਸਿੰਪਲੀ ਅੰਡਰ ਦਾ ਇਨਫਲੂਐਂਸ ਆਫ ਗ੍ਰੈਵਿਟੀ ਇਦਾਂ ਥਰੋ ਕਰਨਾ ਸ਼ੁਰੂ ਕਰੀਏ ਨੀਚੇ ਨੂੰ, ਤਾਂ ਉਹ ਕਿਸ ਤਰੀਕੇ ਨਾਲ ਪਾਰਟੀਕਲਸ ਖੁਦ ਨੂੰ ਅਰੇਂਜ ਕਰਨਗੇ। ਤਾਂ ਉਹ ਪਾਰਟੀਕਲਸ ਇੱਕ ਦੂਜੇ ਦੇ ਉੱਪਰ ਸਿੰਪਲੀ ਡਿਊ ਟੂ देयर weight ਜਾ ਕੇ ਪਲੇਸ ਹੋ ਜਾਣਗੇ ਲਾਈਕ ਦਿਸ ਸਿੰਪਲੀ। ਤਾਂ ਇਸ ਸਟਰਕਚਰ ਨੂੰ ਆਪਾਂ ਸਿੰਗਲ ਗ੍ਰੇਨਡ ਸਟਰਕਚਰ ਬੋਲ ਦਿੰਦੇ ਹਾਂ। ਸਿੰਗਲ ਗ੍ਰੇਨਡ ਸਟਰਕਚਰ ਦੇ ਵਿੱਚ ਜੇ ਆਪਾਂ ਧਿਆਨ ਦੇਈਏ, ਜਿਹੜੀ ਇੱਕ ਫੋਰਸ ਮੇਨਲੀ ਇਹਨਾਂ ਨੂੰ ਜੋੜ ਕੇ ਰੱਖ ਰਹੀ ਹੈ, ਇੱਕ ਦੂਜੇ ਦੇ ਉੱਪਰ ਪਲੇਸ ਕਰਕੇ ਰੱਖ ਰਹੀ ਹੈ, ਦੈਟ ਇਜ਼ ਗ੍ਰੈਵਿਟੇਸ਼ਨਲ ਫੋਰਸ। ਇਹਨਾਂ ਵਿੱਚ ਸਿਰਫ ਤੇ ਸਿਰਫ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਹੈ ਉਹ ਡੋਮੀਨੇਟ ਕਰ ਰਹੀ ਹੈ ਐਜ਼ ਕੰਪੇਅਰ ਟੂ ਅਦਰ ਫੋਰਸਿਸ ਨਾਲੋਂ। ਕਿਉਂਕਿ ਜਿਹੜੀ ਸੈਂਡੀ ਸੋਇਲ ਹੁੰਦੀ ਹੈ, ਗ੍ਰੈਵਲੀ ਸੋਇਲ ਹੁੰਦੀ ਹੈ, ਲਾਸਟ ਚੈਪਟਰ 'ਚ ਆਪਾਂ ਪੜ੍ਹਿਆ ਸੀ ਕਿ ਉਹਨਾਂ ਦਾ ਸਾਈਜ਼ ਸਭ ਤੋਂ ਜ਼ਿਆਦਾ ਹੁੰਦਾ ਹੈ। ਉਹਨਾਂ ਦਾ ਸਾਈਜ਼ ਇੰਨਾ ਜ਼ਿਆਦਾ ਹੁੰਦਾ ਕਿ ਉਹਦੇ ਵਿੱਚ ਅਟਰੈਕਟਿਵ ਫੋਰਸਿਸ ਨਿਗਲੀਜੀਬਲ ਹੋ ਜਾਂਦੀਆਂ ਨੇ। ਤਾਂ ਕਰਕੇ ਮੇਜਰ ਇਫੈਕਟ ਗ੍ਰੈਵਿਟੇਸ਼ਨਲ ਫੋਰਸਿਸ ਕਰਕੇ ਹੁੰਦਾ ਹੈ ਤੇ ਉਹ ਗ੍ਰੈਵਿਟੇਸ਼ਨਲ ਫੋਰਸਿਸ ਕਰਕੇ ਹੀ ਇੱਕ ਦੂਸਰੇ ਦੇ ਉੱਪਰ ਟਿਕੇ ਰਹਿੰਦੇ ਨੇ, ਇੱਕ ਦੂਸਰੇ ਦੇ ਉੱਪਰ ਪਲੇਸਡ ਰਹਿੰਦੇ ਨੇ। ਤਾਂ ਜਿਹੜੀ ਇਸ ਤਰੀਕੇ ਦੀ ਸਟਰਕਚਰ ਹੁੰਦੀ ਹੈ ਨਾ ਆਪਾਂ ਸਿੰਗਲ ਗ੍ਰੇਨਡ ਸਟਰਕਚਰ ਬੋਲ ਦਿੰਦੇ ਹਾਂ। ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਪਾਰਟੀਕਲ ਦਾ ਸਾਈਜ਼ ਵੱਡਾ ਹੋਣ ਕਰਕੇ ਇਹਨਾਂ ਦੀ ਵੋਇਡ ਰੇਸ਼ੋ ਵੀ ਕੀ ਹੋਊਗੀ, ਗ੍ਰੇਟਰ ਹੋਊਗੀ ਐਜ਼ ਕੰਪੇਅਰ ਟੂ ਅਦਰ ਸਟਰਕਚਰਸ ਨਾਲੋਂ। E ਇਹਨਾਂ ਦੀ ਗ੍ਰੇਟਰ ਹੋਊਗੀ। ਜੇ ਆਪਾਂ ਹੋਰ ਇਹਨਾਂ ਦਾ ਕੰਪੈਰੀਜ਼ਨ ਕਰਕੇ ਦੇਖੀਏ, ਪਾਰਟੀਕਲ ਸਾਈਜ਼ ਸਭ ਤੋਂ ਜ਼ਿਆਦਾ ਹੋਊਗਾ। ਨਾਲ ਹੀ ਇਹਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਹਦੇ ਵਿੱਚੋਂ ਵਾਟਰ ਫਲੋਇੰਗ ਟੈਂਡੈਂਸੀ ਵੀ ਇਹਦੀ ਸਭ ਤੋਂ ਜ਼ਿਆਦਾ ਹੋਊਗੀ। ਸਭ ਤੋਂ ਜ਼ਿਆਦਾ ਵਾਟਰ ਇਹਨਾਂ ਵਿੱਚੋਂ ਫਲੋ ਕਰੂਗਾ ਕਿਉਂਕਿ E ਸਭ ਤੋਂ ਜ਼ਿਆਦਾ ਹੈ, ਤਾਂ ਕਰਕੇ ਵਾਟਰ ਫਲੋਇੰਗ ਕੈਪੈਸਿਟੀ ਵੀ ਇਹਨਾਂ ਦੀ ਕੀ ਹੋਊਗੀ, ਸਭ ਤੋਂ ਜ਼ਿਆਦਾ ਹੋਊਗੀ। ਆਪਾਂ ਵੈਸੇ ਪਰਮੇਬਿਲਿਟੀ ਵਾਲੇ ਟੌਪਿਕ 'ਚ ਗੱਲ ਕਰਦੇ ਹਾਂ ਪਰਮੇਬਿਲਿਟੀ ਬਾਰੇ, ਪਰ ਇੱਥੇ ਮੈਂ ਇੱਕ ਵਾਰੀ ਇਹ ਕਹਿ ਸਕਦਾ ਵੀ ਇਹਨਾਂ ਦੀ ਜਿਹੜੀ ਪਰਮੀਏਬਿਲਿਟੀ ਹੋਊਗੀ ਉਹ ਗ੍ਰੇਟੈਸਟ ਹੋਊਗੀ। ਗ੍ਰੇਟੈਸਟ ਤੋਂ ਮਤਲਬ ਬਾਕੀ ਸਾਰੀਆਂ ਜਿਹੜੀਆਂ ਆਪਾਂ ਸਟਰਕਚਰਸ ਪੜਾਂਗੇ ਉਹਨਾਂ ਨਾਲੋਂ ਸਭ ਤੋਂ ਜ਼ਿਆਦਾ ਹੋਊਗੀ। ਕਲੀਅਰ? ਸਿੰਗਲ ਗ੍ਰੇਨ ਸਟਰਕਚਰ ਆਪਣੇ ਆਪ ਆਪਣੇ weight ਨਾਲ ਇੱਕ ਉੱਪਰ ਦੂਸਰੀ ਪਲੇਸ ਹੋਗੀ। ਡੋਮੀਨੇਟਿੰਗ ਫੋਰਸਿਸ ਹੋਣਗੀਆਂ ਗ੍ਰੈਵਿਟੇਸ਼ਨਲ ਫੋਰਸਿਸ। E ਦੀ ਵੈਲਿਊ ਜ਼ਿਆਦਾ ਹੋਊਗੀ, E ਦੀ ਵੈਲਿਊ ਜ਼ਿਆਦਾ ਹੋਊਗੀ ਤਾਂ ਕਰਕੇ ਪਰਮੀਏਬਿਲਿਟੀ ਵੀ ਕੀ ਹੋਊਗੀ, ਗ੍ਰੇਟਰ ਹੋਊਗੀ। ਕਲੀਅਰ? ਇਹ ਤਾਂ ਸੀਗੀਆਂ ਸਭ ਤੋਂ ਜ਼ਿਆਦਾ ਸਾਈਜ਼ ਵਾਲੀਆਂ। ਜੇ ਆਪਾਂ ਦੂਸਰੀ ਸਟਰਕਚਰ ਦੀ ਗੱਲ ਕਰੀਏ ਤਾਂ ਸਿੰਗਲ ਗ੍ਰੇਨ ਸਟਰਕਚਰ ਤੋਂ ਬਾਅਦ ਇਹ ਸੀਗੀਆਂ ਸਭ ਤੋਂ ਜ਼ਿਆਦਾ ਸਾਈਜ਼ ਵਾਲੀਆਂ। ਦੂਸਰੀਆਂ ਹੋਣਗੀਆਂ ਜਿਨ੍ਹਾਂ ਦਾ ਸਾਈਜ਼ ਉਸ ਤੋਂ ਥੋੜਾ ਘੱਟ ਹੋਊਗਾ। ਉਹਨਾਂ ਸੋਇਲਸ ਦੇ ਵਿੱਚ ਹਨੀਕੌਂਬ ਸਟਰਕਚਰ ਫਾਰਮ ਹੁੰਦੀ ਹੈ।
ਹਨੀਕੌਮਬ ਸਟਰਕਚਰ ਮੈਂ ਇਹ ਕਹਿ ਸਕਦਾ ਵੀ ਸਿਲਟੀ ਸੋਇਲ ਦੇ ਵਿੱਚ ਮੈਨੂੰ ਮੋਸਟਲੀ ਹਨੀਕੌਮਬ ਸਟਰਕਚਰ ਦੇਖਣ ਨੂੰ ਮਿਲਦੀ ਹੈ, ਜਾਂ ਜਿੰਨਾ ਸੋਇਲਸ ਦਾ ਐਵਰੇਜ ਸਾਈਜ਼ ਸੈਂਡ ਤੋਂ ਘੱਟ ਹੋਏਗਾ ਤੇ ਕਲੇ ਤੋਂ ਜ਼ਿਆਦਾ ਹੋਏਗਾ, ਉਹਨਾਂ ਦੇ ਵਿੱਚ ਮੈਨੂੰ ਹਨੀਕੌਮਬ ਸਟਰਕਚਰ ਦੇਖਣ ਨੂੰ ਮਿਲੂਗੀ। ਹਨੀਕੌਮਬ ਸਟਰਕਚਰ ਦੇ ਵਿੱਚ ਅਟਰੈਕਟਿਵ ਫੋਰਸਿਸ ਦਾ ਵੀ ਪਾਰਟ ਹੁੰਦਾ ਹੈ, ਗ੍ਰੈਵਿਟੇਸ਼ਨਲ ਫੋਰਸਿਸ ਦਾ ਵੀ ਪਾਰਟ ਹੁੰਦਾ ਹੈ, ਯਾਨੀ ਕਿ ਦੋਨੇ ਫੋਰਸਿਸ ਕੋਲੈਕਟਿਵਲੀ ਐਫਰਟ ਦਿੰਦੀਆਂ ਨੇ ਇੱਕ ਸਟਰਕਚਰ ਫਾਰਮ ਕਰਨ ਦੇ ਲਈ। ਹਨੀਕੌਮਬ ਸਟਰਕਚਰ ਕਿਸ ਤਰੀਕੇ ਨਾਲ ਫਾਰਮ ਹੁੰਦੀ ਹੈ? ਇਹ ਕੁਝ ਇਸ ਤਰੀਕੇ ਦੀ ਸਟਰਕਚਰ ਹੁੰਦੀ ਹੈ। ਇਹਦਾ ਨਾਮ ਹਨੀਕੌਮਬ ਕਿਸ ਤਰੀਕੇ ਨਾਲ ਆਇਆ? ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਮਧੂਮੱਖੀਆਂ ਦਾ ਜਾਲਾ ਹੁੰਦਾ ਹੈ, ਮਧੂਮੱਖੀਆਂ ਦਾ ਛੱਤਾ ਹੁੰਦਾ, ਬਿਲਕੁਲ ਉਸ ਤਰੀਕੇ ਨਾਲ ਇਹ ਸਟਰਕਚਰ ਫਾਰਮ ਹੁੰਦੀ ਹੈ। ਜੇ ਆਪਾਂ ਧਿਆਨ ਨਾਲ ਦੇਖੀਏ ਇਹਦੇ ਵਿੱਚ ਥੋੜੀਆਂ ਵੋਇਡਸ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀਆਂ ਨੇ। ਪਾਰਟੀਕਲਸ ਦਾ ਸਾਈਜ਼ ਐਜ਼ ਕੰਪੇਅਰ ਟੂ ਸਿੰਗਲ ਗ੍ਰੇਨ ਨਾਲੋਂ ਛੋਟਾ ਹੁੰਦਾ ਹੈ ਪਾਰਟੀਕਲ ਸਾਈਜ਼। ਇਹਦੇ ਵਿੱਚ ਬੋਥ ਫੋਰਸਿਸ ਕੰਮ ਕਰ ਰਹੀਆਂ ਨੇ, ਦੋਨੇ ਫੋਰਸਿਸ ਐਕਟ ਕਰਦੀਆਂ ਨੇ, ਗ੍ਰੈਵਿਟੇਸ਼ਨਲ ਫੋਰਸਿਸ ਦਾ ਵੀ ਤੇ ਅਟਰੈਕਟਿਵ ਫੋਰਸਿਸ ਦਾ ਵੀ, ਦੋਨੋਂ ਦਾ ਬਰਾਬਰ ਹਿੱਸਾ ਹੁੰਦਾ ਸਟਰਕਚਰ ਨੂੰ ਫਾਰਮ ਕਰਨ ਦੇ ਵਿੱਚ। ਜੇ ਆਪਾਂ ਇਹਦੇ ਵਿੱਚ E ਦੀ ਵੈਲਿਊ ਦੇਖੀਏ, E ਦੀ ਵੈਲਿਊ ਮੀਡੀਅਮ ਹੋਊਗੀ, ਜਿਹੜੀ ਆਪਾਂ ਅਗਲੀਆਂ ਸਟਰਕਚਰਸ ਪੜ੍ਹਨੀਆਂ ਉਹਨਾਂ ਨਾਲੋਂ ਘੱਟ ਹੋਊਗੀ। ਪਰ ਜੇ ਮੈਂ ਇਹਦੇ ਨਾਲੋਂ ਗੱਲ ਕਰਾਂ, ਸਿੰਗਲ ਗ੍ਰੇਨ ਨਾਲੋਂ ਗੱਲ ਕਰਾਂ, ਤਾਂ ਉਹਦੇ ਨਾਲੋਂ ਘੱਟ ਹੋਊਗੀ, ਸੌਰੀ ਜਿਹੜੀ ਆਪਾਂ ਅੱਗੇ ਪੜ੍ਹਨਾ ਉਹਨਾਂ ਨਾਲੋਂ ਜ਼ਿਆਦਾ ਹੋਊਗੀ। E ਦੀ ਵੈਲਿਊ ਮੀਡੀਅਮ ਹੋਊਗੀ। ਪਰਮੀਏਬਿਲਿਟੀ K ਨਾਲ ਡਿਨੋਟ ਕਰ ਰਹੇ ਆਪਾਂ ਪਰਮੀਏਬਿਲਿਟੀ ਨੂੰ, ਜਿਹੜੇ ਦੀ ਪਰਮੀਏਬਿਲਿਟੀ ਹੈ ਉਹ ਵੀ ਕੀ ਹੋਊਗੀ? ਮੀਡੀਅਮ ਹੋਊਗੀ। ਇਹ ਸਟਰਕਚਰ ਆਪਾਂ ਨੂੰ ਕਿੱਥੇ ਦੇਖਣ ਨੂੰ ਮਿਲੀ ਸੀਗੀ? ਜਿਵੇਂ ਸੈਂਡ ਹੋ ਗਈ ਜਾਂ ਗ੍ਰੈਵਲਸ ਹੋ ਗਏ, ਉਹਨਾਂ ਦੇ ਵਿੱਚ ਆਪਾਂ ਨੂੰ ਸਿੰਗਲ ਗ੍ਰੇਨ ਸਟਰਕਚਰ ਦੇਖਣ ਨੂੰ ਮਿਲਦੀ ਹੈ। ਜੇ ਮੈਂ ਹਨੀਕੌਮਬ ਦੀ ਗੱਲ ਕਰਾਂ ਤੇ ਆਪਾਂ ਨੂੰ ਸਿਲਟ ਵਗੈਰਾ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਕਲੀਅਰ ਹੋ ਗਿਆ? ਜਿਨ੍ਹਾਂ ਦਾ ਸਾਈਜ਼ ਸੈਂਡੀ ਸੋਇਲ ਤੋਂ ਘੱਟ ਹੋਊਗਾ ਤੇ ਜਿਹੜੀ ਆਪਣੀ ਕਲੇਈ ਸੋਇਲ ਉਹਦੇ ਨਾਲੋਂ ਜ਼ਿਆਦਾ ਹੋਊਗਾ, ਮਤਲਬ ਕਿ ਵਿੱਚ ਵਾਲਾ ਸਾਈਜ਼ ਕਿਹੜਾ ਹੋ ਗਿਆ? ਸਿਲਟ। ਕਲੀਅਰ? ਮੂਵ ਕਰਦੇ ਹਾਂ ਆਪਣੀ ਅਗਲੀ ਸਟਰਕਚਰ ਦੇ ਉੱਪਰ। ਤੀਸਰੀ ਜਿਹੜੀ ਸਟਰਕਚਰ ਫਾਰਮ ਹੁੰਦੀ ਹੈ that is flocculated structure। ਜਿਵੇਂ flocculated ਦੇ ਨਾਮ ਤੋਂ ਹੀ ਕਲੀਅਰ, ਇੱਕ ਫਲੌਕ ਫਾਰਮ ਹੁੰਦਾ ਹੈ। ਫਲੌਕ ਦਾ ਮਤਲਬ ਕੀ ਹੁੰਦਾ? ਜੁੜ ਕੇ ਰਹਿੰਦੇ ਨੇ ਪਾਰਟੀਕਲਸ। ਇਹਦੇ ਵਿੱਚ ਡੋਮੀਨੇਟਿੰਗ ਫੋਰਸ ਅਟਰੈਕਟਿਵ ਫੋਰਸ ਹੁੰਦੀ ਹੈ, ਆਪਾਂ ਨੂੰ ਮੋਸਟਲੀ ਕਲੇ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਕਲੇਈ ਸੋਇਲ ਦੇ ਵਿੱਚ ਫਲੋਕੂਲੇਟਡ ਸਟਰਕਚਰ ਦੇਖਣ ਨੂੰ ਮਿਲਦੀ ਹੈ। ਕਿਸ ਤਰੀਕੇ ਨਾਲ? ਪਾਰਟੀਕਲਸ ਇੱਕ ਦੂਜੇ ਨਾਲ ਅਟਰੈਕਟਿਵ ਫੋਰਸਿਸ ਨਾਲ ਕੰਟੈਕਟ 'ਚ ਰਹਿੰਦੇ ਨੇ, ਯਾਨੀ ਕਿ ਚਾਰਜ ਦੀ ਫੋਰਸ ਹੁੰਦੀ ਹੈ, ਇਲੈਕਟ੍ਰਿਕ ਫੋਰਸ ਹੁੰਦੀ ਹੈ ਜਿਹੜੀ ਉਹਨਾਂ ਨੂੰ ਜੋੜ ਕੇ ਰੱਖਦੀ ਹੈ। ਕਿਵੇਂ? ਕਲੇ ਦੇ ਪਾਰਟੀਕਲਸ ਮੋਸਟਲੀ ਇਸ ਤਰੀਕੇ ਦੇ ਹੁੰਦੇ ਆ। ਇਸ ਸ਼ੇਪ ਨੂੰ ਆਪਾਂ ਫਲੇਕੀ ਸ਼ੇਪ ਬੋਲਦੇ ਹਾਂ। ਕਲੇ ਦੇ ਪਾਰਟੀਕਲਸ ਮੋਸਟਲੀ ਫਲੈਕੀ ਹੁੰਦੇ ਆ, ਜਿਨ੍ਹਾਂ ਦੇ ਐਜਸ ਦੇ ਉੱਪਰ ਚਾਰਜ ਅਲੱਗ ਹੁੰਦਾ ਹੈ ਤੇ ਜਿਹੜੇ ਆਪਣੇ ਕਾਰਨ ਜਿਹੜੇ ਫੇਸਿਸ ਹੁੰਦੇ ਇਹਨਾਂ ਦੇ ਉੱਪਰ ਚਾਰਜ ਅਲੱਗ ਹੁੰਦਾ ਹੈ। ਯਾਨੀ ਕਿ ਆ ਕੀ ਹੋ ਗਿਆ ਆਪਣਾ ਐਜ, ਆ ਕੀ ਹੋ ਗਿਆ ਆਪਣਾ ਫੇਸ। ਫੇਸ ਦੇ ਉੱਪਰ ਚਾਰਜ ਅਲੱਗ ਹੈ, ਐਜ ਦੇ ਉੱਪਰ ਚਾਰਜ ਅਲੱਗ ਹੋਊਗਾ। ਤਾਂ ਯਾਨੀ ਕਿ ਜਦੋਂ ਇਹ ਸਟਰਕਚਰ ਫਾਰਮ ਹੋਊਗੀ, ਇੱਕ ਪਾਰਟੀਕਲ ਦਾ ਨੈਗੇਟਿਵ ਚਾਰਜ ਦੂਸਰੇ ਪਾਰਟੀਕਲ ਦੇ ਪੋਜ਼ਿਟਿਵ ਚਾਰਜ ਨੂੰ ਅਟਰੈਕਟ ਕਰੂਗਾ, ਯਾਨੀ ਕਿ ਇਹ ਸਟਰਕਚਰ ਕੁਝ ਇਸ ਤਰੀਕੇ ਨਾਲ ਫਾਰਮ ਹੋ ਜੂਗੀ। ਇੱਕ ਪਾਰਟੀਕਲ ਦਾ ਐਜ ਦੂਜੇ ਪਾਰਟੀਕਲ ਦੇ ਫੇਸ ਨਾਲ ਕੰਟੈਕਟ ਹੋ ਜਾਏਗਾ ਲਾਈਕ ਦਿਸ। ਵੇਰੀਅਸ ਪਾਰਟੀਕਲਸ ਇੱਕ ਦੂਜੇ ਨਾਲ ਇਸ ਤਰੀਕੇ ਨਾਲ ਅਟੈਚਡ ਹੋ ਜਾਣਗੇ ਲਾਈਕ ਦਿਸ। ਇਸ ਤਰੀਕੇ ਨਾਲ ਇਹ ਸਟਰਕਚਰ ਅੱਗੇ ਕੰਟੀਨਿਊ ਕਰਦੀ ਜਾਂਦੀ ਹੈ। ਵੇਰੀਅਸ ਪਾਰਟੀਕਲਸ ਇਸ ਤਰੀਕੇ ਨਾਲ ਇੱਕ ਦੂਜੇ ਨਾਲ ਜੁਆਇੰਟ ਹੁੰਦੇ ਚਲੇ ਜਾਣਗੇ ਅੱਗੇ। ਇਸ ਤਰੀਕੇ ਦੀ ਸਟਰਕਚਰ ਨੂੰ ਆਪਾਂ ਫਲੋਕੂਲੇਟਡ ਸਟਰਕਚਰ ਬੋਲਦੇ ਹਾਂ। ਮੋਸਟਲੀ ਉਹਨਾਂ ਪਾਰਟੀਕਲਸ 'ਚ ਹੀ ਦੇਖਣ ਨੂੰ ਮਿਲੂਗੀ ਜਿਨ੍ਹਾਂ ਦਾ ਸਾਈਜ਼ ਬਹੁਤ ਛੋਟਾ ਹੈ ਤੇ ਛੋਟਾ ਹੋਣ ਕਰਕੇ ਉਹਨਾਂ ਦੇ ਵਿੱਚ ਅਟਰੈਕਟਿਵ ਫੋਰਸਿਸ ਡੋਮੀਨੇਟ ਕਰ ਰਹੀਆਂ ਨੇ ਐਜ਼ ਕੰਪੇਅਰ ਟੂ ਗ੍ਰੈਵਿਟੇਸ਼ਨਲ ਫੋਰਸਿਸ। ਕਲੀਅਰ? ਤਾਂ ਹੁਣ ਇਹਦੇ ਵਿੱਚ ਕੀ ਹੈ? ਪੋਜ਼ਿਟਿਵ ਨੈਗੇਟਿਵ ਇੱਕ ਦੂਜੇ ਨਾਲ ਜੁੜਨ ਲੱਗੇ, ਤਾਂ ਇਹਦੇ ਵਿੱਚ ਫੋਰਸਿਸ ਕਿਹੜੀਆਂ ਡੋਮੀਨੇਟ ਕਰ ਰਹੀਆਂ ਨੇ? ਚਾਰਜ ਫੋਰਸਿਸ ਜਾਂ ਆਪਾਂ ਕੀ ਕਹਿ ਸਕਦੇ ਹਾਂ, ਜਿਹੜੀਆਂ ਪਾਰਟੀਕਲਸ ਦੇ ਵਿੱਚ ਅਟਰੈਕਟਿਵ ਫੋਰਸਿਸ ਨੇ ਇਹ ਇੱਕ ਦੂਜੇ ਨੂੰ ਡੋਮੀਨੇਟ ਕਰ ਰਹੀਆਂ ਨੇ। ਜਿਹੜੀਆਂ ਇਹ ਅਟਰੈਕਟਿਵ ਫੋਰਸਿਸ ਨੇ ਚਾਰਜ ਵਾਲੀਆਂ ਵੀ ਹੋ ਸਕਦੀਆਂ, ਵੰਡਰਵਾਲ ਵੀ ਹੋ ਸਕਦੀਆਂ ਨੇ। ਵੰਡਰਵਾਲ ਫੋਰਸਿਸ ਨਹੀਂ ਹੁੰਦੀਆਂ, ਮੋਸਟਲੀ ਸੋਇਲ ਦੇ ਵਿੱਚ ਆਪਾਂ ਨੂੰ ਅਟਰੈਕਟਿਵ ਫੋਰਸਿਸ ਹੀ ਦੇਖਣ ਨੂੰ ਮਿਲਦੀਆਂ ਨੇ। ਤਾਂ ਜਿਹੜੀ ਇਹ ਫਲੋਕੂਲੇਟਡ ਸਟਰਕਚਰ ਹੈ, ਜੇਕਰ ਮੈਂ ਇਹਦੇ ਉੱਪਰ ਕੰਟੀਨਿਊਸਲੀ ਲੋਡਿੰਗ ਕਰਨੀ ਸ਼ੁਰੂ ਕਰਾਂ ਤਾਂ ਆਪਣੀ ਚੌਥੀ ਸਟਰਕਚਰ ਫਾਰਮ ਹੁੰਦੀ ਹੈ that is dispersed
स्ट्रक्चर जे मैं फ्लोकुलेटेड स्ट्रक्चर ਨੂੰ ਕੰਟੀਨਿਊਸਲੀ ਲੋਡ ਕਰਾਂ ਉਦੋਂ ਤੱਕ ਲੋਡ ਕਰਾਂ ਜਿੰਨੀ ਦੇਰ ਤੱਕ ਕਿ ਸਟਰਕਚਰ ਬ੍ਰੇਕ ਨਹੀਂ ਹੋ ਜਾਂਦੀ ਫਿਰ ਆਪਣੇ ਕੋਲੇ ਡਿਸਪਰਸਡ ਸਟਰਕਚਰ ਫਾਰਮ ਹੁੰਦੀ ਹੈ ਜੇ ਆਪਾਂ ਇਸ ਸਟਰਕਚਰ ਉੱਪਰ ਕੰਟੀਨਿਊਸਲੀ ਲੋਡ ਪਾਵਾਂਗੇ ਤਾਂ ਇਹ ਸਟਰਕਚਰ ਟੁੱਟੇਗੀ ਟੁੱਟਣ ਤੋਂ ਬਾਅਦ ਪਾਰਟੀਕਲਸ ਕੁਝ ਇਸ ਤਰੀਕੇ ਦੇ ਨਾਲ ਅਰੇਂਜ ਹੋ ਜਾਣਗੇ ਕਿਉਂਕਿ ਹੁਣ ਆਪਣਾ ਜਿਹੜਾ ਲੋਡ ਆਪਾਂ ਪਾਇਆ ਉਹ ਇਹਨਾਂ ਦੀ ਜਿਹੜੀ ਅਟਰੈਕਟਿਵ ਫੋਰਸ ਹੈ ਉਹਦੇ ਨਾਲੋਂ ਜ਼ਿਆਦਾ ਹੋ ਗਿਆ ਜਿੰਨਾ ਇਹ ਲੋਡ ਬੀਅਰ ਕਰ ਸਕਦੀ ਹੈ ਉਸ ਤੋਂ ਜ਼ਿਆਦਾ ਲੋਡ ਹੋ ਜਾਊਗਾ ਤਾਂ ਉਸ ਕੇਸ ਦੇ ਵਿੱਚ ਪਾਰਟੀਕਲਸ ਇਸ ਤਰੀਕੇ ਨਾਲ ਖੁਦ ਨੂੰ ਅਰੇਂਜ ਕਰ ਲੈਣਗੇ ਯਾਨੀ ਕਿ ਸਟਰਕਚਰ ਕੀ ਹੋ ਜੂਗੀ ਟੁੱਟ ਜੂਗੀ ਜਿਹੜੇ ਪਾਰਟੀਕਲਸ ਇਸ ਤਰੀਕੇ ਨਾਲ ਖੜੇ ਹੋਏ ਸੀ ਹੁਣ ਜ਼ਿਆਦਾ ਲੋਡ ਪੈਣ ਤੋਂ ਬਾਅਦ ਉਹ ਇਸ ਤਰੀਕੇ ਨਾਲ ਖੁਦ ਨੂੰ ਅਰੇਂਜ ਕਰ ਲੈਣਗੇ ਯਾਨੀ ਕਿ ਡਿਸਪਰਸਡ ਸਟਰਕਚਰ ਕੀ ਹੋ ਜੂਗੀ ਫਾਰਮ ਹੋਊਗੀ ਇਹਦੇ ਵਿੱਚ ਆਪਾਂ ਇੱਕ ਚੀਜ਼ ਦਾ ਧਿਆਨ ਦਈਏ ਇਹਨਾਂ ਦੋਨਾਂ ਨੂੰ ਕੰਪੇਅਰ ਕਰੀਏ ਤਾਂ ਇਹਦੇ ਵਿੱਚ E ਦੀ ਵੈਲਿਊ ਮੋਰ ਹੋਏਗੀ ਦੈਨ ਡਿਸਪਰਸਡ ਸਟਰਕਚਰ ਪਰ ਬਾਕੀ ਸਾਰੀਆਂ ਸਟਰਕਚਰਸ ਦੇ ਨਾਲੋਂ ਇੱਥੇ E ਦੀ ਵੈਲਿਊ ਕੀ ਹੋਊਗੀ ਘੱਟ ਹੋਊਗੀ ਜੇ ਮੈਂ E ਨੂੰ ਕੰਪੇਅਰ ਕਰਾਂ ਸਿੰਗਲ ਗ੍ਰੇਨਡ ਨਾਲ ਤੇ ਹਨੀਕੌਂਬ ਨਾਲ ਉਹਦੇ ਨਾਲੋਂ ਤਾਂ ਇਹਨਾਂ ਦੀ E ਦੀ ਵੈਲਿਊ ਘੱਟ ਹੋਊਗੀ ਜੇ ਮੈਂ ਕੰਪੇਅਰ ਕਰਾਂ ਡਿਸਪਰਸਡ ਨਾਲ ਉਹਦੇ ਨਾਲੋਂ ਇਹਨਾਂ ਦੀ E ਦੀ ਵੈਲਿਊ ਕੀ ਹੋਊਗੀ ਜ਼ਿਆਦਾ ਹੋਊਗੀ ਜੇਕਰ ਮੈਂ K ਦੀ ਵੈਲਿਊ ਦੀ ਗੱਲ ਕਰਾਂ ਇਹਦੀ K ਦੀ ਵੈਲਿਊ ਵੀ ਮੋਰ ਹੋਊਗੀ ਦੈਨ ਡਿਸਪਰਸਡ K ਦੀ ਵੈਲਿਊ ਮੋਰ ਹੋਊਗੀ ਦੈਨ ਡਿਸਪਰਸਡ ਇਹਦੀ E ਵੀ ਲੀਸਟ ਹੋਊਗੀ ਸਾਰੀਆਂ ਤੋਂ ਘੱਟ ਹੋਊਗੀ ਤੇ ਇਹਦਾ K ਵੀ ਕੀ ਹੋਊਗਾ ਲੀਸਟ ਹੋਊਗਾ ਕਲੀਅਰ ਡਿਸਪਰਸਡ ਕੋਈ ਐਕਚੁਅਲ ਸਟਰਕਚਰ ਨਹੀਂ ਹੈਗੀ ਫਲੋਕੂਲੇਟਡ ਜਦੋਂ ਟੁੱਟ ਗਈ ਤਾਂ ਉਹਨੇ ਖੁਦ ਨੂੰ ਡਿਸਪਰਸਡ ਸਟਰਕਚਰ ਦੀ ਸ਼ੇਪ 'ਚ ਕੀ ਕਰ ਲਿਆ ਅਰੇਂਜ ਕਰ ਲਿਆ ਸਿੰਗਲ ਗ੍ਰੇਨ ਸੀਗੀ ਸਭ ਤੋਂ ਵੱਡੇ ਸਾਈਜ਼ ਵਾਲੇ ਪਾਰਟੀਕਲਸ ਵਾਸਤੇ ਹਨੀਕੌਂਬ ਸੀਗੀ ਉਸ ਤੋਂ ਛੋਟੇ ਯਾਨੀ ਕਿ ਸਿਲਟ ਵਾਸਤੇ ਫਲੋਕੂਲੇਟਡ ਸੀਗੀ ਸਭ ਤੋਂ ਛੋਟੇ ਯਾਨੀ ਕਿ ਕਲੇ ਵਾਸਤੇ ਡਿਸਪਰਸਡ ਸੀਗੀ ਜਿਹੜੇ ਪਾਰਟੀਕਲਸ ਦੀ ਫਲੋਕੂਲੇਟਡ ਸਟਰਕਚਰ ਬ੍ਰੇਕ ਹੋ ਜੂਗੀ ਉਹਨਾਂ ਦੇ ਵਾਸਤੇ ਕਲੀਅਰ ਇਹ ਤਾਂ ਸੀਗੀਆਂ ਆਪਣੀਆਂ ਸੋਇਲ ਸਟਰਕਚਰਸ ਇਸ ਤੋਂ ਅੱਗੇ ਆਪਾਂ ਦੇਖਦੇ ਹਾਂ ਵੀ ਆਪਾਂ ਨਾਰਮਲੀ ਸੋਇਲ ਮਾਸ ਜੇ ਦੇਖਦੇ ਹਾਂ ਤਾਂ ਉਹਦਾ ਸਕੈਲਟਨ ਕਿਸ ਤਰੀਕੇ ਨਾਲ ਫਾਰਮ ਹੋ ਸਕਦਾ ਹੈ ਮੋਸਟਲੀ ਆਪਾਂ ਨੂੰ ਸੋਇਲਸ ਦੇ ਦੋ ਤਰੀਕਿਆਂ ਦੇ ਸਕੈਲਟਨ ਦੇਖਣ ਨੂੰ ਮਿਲਦੇ ਨੇ ਦੋ ਤਰੀਕਿਆਂ ਦੇ ਸਕੈਲਟਨ ਕਿਹੜੇ-ਕਿਹੜੇ ਹੋ ਸਕਦੇ ਆ ਜਾਂ ਤਾਂ ਸੋਇਲ ਦਾ ਕੋਰਸ ਗ੍ਰੇਨਡ ਸਕੈਲਟਨ ਹੋ ਸਕਦਾ ਹੈ ਕੋਰਸ ਗ੍ਰੇਨਡ ਸਕੈਲਟਨ ਹੋ ਸਕਦਾ ਹੈ ਸਕੈਲਟਨ ਤੋਂ ਕੀ ਮਤਲਬ ਹੁੰਦਾ ਆਪਾਂ ਨੂੰ ਪਤਾ ਹੈ ਸਕੈਲਟਨ ਹੁੰਦੀ ਹੈ ਬੋਨਸ ਦੀ ਸਟਰਕਚਰ ਜਾਂ ਕਿਸੇ ਵੀ ਬਾਡੀ ਦਾ ਉਹ ਸਟਰਕਚਰ ਜਿਹੜਾ ਕਿ ਲੋਡ ਬੀਅਰ ਕਰ ਰਿਹਾ ਹੈ ਸਕੈਲਟਨ ਕੀ ਹੁੰਦਾ ਕਿਸੇ ਵੀ ਬਾਡੀ ਦਾ ਉਹ ਸਟਰਕਚਰ ਜਿਹੜਾ ਕਿ ਲੋਡ ਬੀਅਰ ਕਰ ਰਿਹਾ ਹੈ ਤਾਂ ਕੋਰਸ ਗ੍ਰੇਨਡ ਸਕੈਲਟਨ ਕਿਹੜਾ ਹੋਊਗਾ ਜਿਵੇਂ ਮੈਂ ਕੋਈ ਵੀ ਸੋਇਲ ਮਾਸ ਲੈ ਕੇ ਆਇਆ ਉਹ ਸੋਇਲ ਮਾਸ ਕੁਝ ਇਸ ਤਰੀਕੇ ਦਾ ਵੀ ਯਾਨੀ ਕਿ ਉਹਦੇ ਵਿੱਚ ਮੇਜਰਲੀ ਜਿਹੜੇ ਪਾਰਟੀਕਲਸ ਪ੍ਰੈਜ਼ੈਂਟ ਨੇ ਉਹ ਲਾਰਜ ਸਾਈਜ਼ ਦੇ ਪਾਰਟੀਕਲਸ ਨੇ ਕੋਈ ਵੀ ਮੈਂ ਇਦਾਂ ਦਾ ਸੋਇਲ ਮਾਸ ਚੱਕ ਲਿਆ ਤੇ ਉਹਨਾਂ ਦੀਆਂ ਵੋਇਡਸ ਦੇ ਵਿੱਚ ਥੋੜੇ ਆਪਣੇ ਕੋਲੇ ਫਾਈਨ ਗ੍ਰੇਨਡ ਪਾਰਟੀਕਲਸ ਪ੍ਰੈਜ਼ੈਂਟ ਹੈ ਉਹਨਾਂ ਦੀਆਂ ਵੋਇਡਸ ਦੇ ਵਿੱਚ ਤਾਂ ਮੈਂ ਇਹਨੂੰ ਦੇਖ ਕੇ ਕਲੀਅਰਲੀ ਕਹਿ ਸਕਦਾ ਵੀ ਜਿਹੜੀ ਮੇਰੀ ਸੋਇਲ ਹੈ ਉਹਦਾ ਮੇਜਰਲੀ ਲੋਡ ਕੌਣ ਹੈਂਡਲ ਕਰ ਰਿਹਾ ਹੈ ਕੋਰਸ ਗ੍ਰੇਨਡ ਪਾਰਟੀਕਲਸ ਲੋਡ ਹੈਂਡਲ ਕਰ ਰਹੇ ਹੈ ਯਾਨੀ ਕਿ ਇਹਨੂੰ ਮੈਂ ਕੀ ਬੋਲੂੰਗਾ ਕੋਰਸ ਗ੍ਰੇਨਡ ਸਕੈਲਟਨ ਜਿਹੜੇ ਸੋਇਲ ਮਾਸ ਦੇ ਵਿੱਚ ਮੇਜਰਲੀ ਲੋਡ ਜਿਹੜਾ ਹੈਂਡਲ ਕਰ ਰਹੇ ਪਾਰਟੀਕਲਸ ਆ ਉਹ ਕੋਰਸ ਗ੍ਰੇਨਡ ਪਾਰਟੀਕਲਸ ਹੈਂਡਲ ਕਰਦੇ ਆ ਉਹਨੂੰ ਆਪਾਂ ਕੀ ਬੋਲਦੇ ਆ ਕੋਰਸ ਗ੍ਰੇਨਡ ਸਕੈਲਟਨ ਜੇਕਰ ਮੈਂ ਦੂਸਰੇ ਕੇਸ ਦੀ ਗੱਲ ਕਰਾਂ ਜਿਹੜਾ ਮੇਰਾ ਫਾਈਨ ਗ੍ਰੇਨਡ ਸਕੈਲਟਨ ਹੈ ਜਿਵੇਂ ਆਪਾਂ ਨੂੰ ਇਥੋਂ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ ਵੀ ਫਾਈਨ ਗ੍ਰੇਨਡ ਸਕੈਲਟਨ ਕਿਹੜਾ ਹੋਊਗਾ ਜਿਹਦੇ ਵਿੱਚ ਲੋਡ ਕੌਣ ਬੀਅਰ ਕਰੂਗਾ ਲੋਡ ਕੌਣ ਬੀਅਰ ਕਰਨਗੇ ਫਾਈਨ ਗ੍ਰੇਨਡ ਪਾਰਟੀਕਲਸ ਯਾਨੀ ਕਿ ਉਹ ਸਕੈਲਟਨ ਕੁਝ ਇਸ ਤਰੀਕੇ ਦਾ ਹੋਊਗਾ ਉਹਦੇ ਵਿੱਚ ਮੇਜਰਲੀ ਜਿਹੜੇ ਪਾਰਟੀਕਲਸ ਆ ਉਹ ਫਾਈਨ ਗ੍ਰੇਨਡ ਹੋਣਗੇ ਤੇ ਫਾਈਨ ਗ੍ਰੇਨਡ ਪਾਰਟੀਕਲਸ ਦੇ ਵਿੱਚ ਕੁਝ ਪਾਰਟੀਕਲਸ ਆਪਾਂ ਕਿਹੜੇ ਰੱਖੇ ਹੋਣਗੇ ਕੋਰਸ ਗ੍ਰੇਨਡ ਦੇ ਲਾਈਕ ਦਿਸ ਤਾਂ ਹੁਣ ਇਹਦੇ ਵਿੱਚ ਮੇਜਰਲੀ ਲੋਡ ਬੀਅਰਿੰਗ ਕੌਣ ਹੈ ਫਾਈਨ ਗ੍ਰੇਨਡ ਪਾਰਟੀਕਲਸ ਤਾਂ ਇਹਨੂੰ ਕੀ ਬੋਲਦਾ ਆਪਾਂ ਫਾਈਨ ਗ੍ਰੇਨਡ ਸਕੈਲਟਨ ਜੇਕਰ ਮੈਂ ਇਹਨਾਂ ਦੋਨਾਂ ਚੋਂ ਸਟਰੈਂਥ ਦੇਖਾਂ ਕਿਹਦੀ ਜ਼ਿਆਦਾ ਹੋਊਗੀ ਤਾਂ ਆਪਾਂ ਨੂੰ ਪਤਾ ਹੈ ਵੀ ਐਗਰੀਗੇਟ ਦਾ ਪਾਰਟੀਕਲ ਸੋਇਲ ਦਾ ਪਾਰਟੀਕਲ ਜਿੰਨਾ ਬੜਾ ਹੁੰਦਾ ਉਨੀ ਸਟਰੈਂਥ ਵੀ ਉਹਦੀ ਜ਼ਿਆਦਾ ਹੁੰਦੀ ਹੈ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਕੋਰਸ ਗ੍ਰੇਨਡ ਸੋਇਲ ਦੀ ਜਿਹੜੀ ਸਟਰੈਂਥ ਹੋਊਗੀ ਉਹ ਗ੍ਰੇਟਰ ਹੋਊਗੀ ਐਜ਼ ਕੰਪੇਅਰਡ ਟੂ ਫਾਈਨ ਗ੍ਰੇਨਡ ਸਕੈਲਟਨ ਦੇ ਨਾਲ ਕਿਉਂਕਿ ਵੱਡੇ ਪਾਰਟੀਕਲਸ ਦੀ ਲੋਡ ਬੀਅਰਿੰਗ ਕੈਪੈਸਿਟੀ ਜ਼ਿਆਦਾ ਹੁੰਦੀ ਹੈ ਤਾਂ ਇਸੇ ਲਈ ਜਿਹੜਾ ਆਪਣਾ ਕੋਰਸ ਗ੍ਰੇਨਡ ਸਕੈਲਟਨ ਉਹਦੀ ਸਟਰੈਂਥ ਵੀ ਜ਼ਿਆਦਾ ਹੋਊਗੀ ਐਜ਼ ਕੰਪੇਅਰ ਟੂ ਫਾਈਨ ਗ੍ਰੇਨਡ ਸਕੈਲਟਨ ਕਲੀਅਰ ਇਹ ਤਾਂ ਸੀਗੇ ਆਪਣੀਆਂ ਸੋਇਲ ਦੀਆਂ ਸਟਰਕਚਰਸ ਸੋਇਲ ਸਟਰਕਚਰਸ ਤੋਂ ਬਾਅਦ ਆਪਾਂ ਇਹ ਟੌਪਿਕ ਡਿਸਕਸ ਕਰਨਾ ਹੈ that is clay minerals
ਕਲੇ ਸੋਇਲ ਦੇ ਵਿੱਚ ਜਿਹੜੇ ਮਿਨਰਲਸ ਹੁੰਦੇ ਨੇ ਕਿਹੜੇ ਹੁੰਦੇ ਉਹਨਾਂ ਬਾਰੇ ਪੜ੍ਹਨਾ ਆਪਾਂ। ਇਸ ਟੌਪਿਕ ਦੀ ਆਪਾਂ ਨੂੰ ਜ਼ਿਆਦਾ ਕੈਮਿਸਟਰੀ ਵਾਲੀ ਡਿਟੇਲ 'ਚ ਜਾਣ ਦੀ ਲੋੜ ਨਹੀਂ ਹੈਗੀ, ਆਪਾਂ ਬੇਸਿਕ ਡਿਸਕਸ ਕਰਾਂਗੇ ਜਿੰਨਾ ਕੁ ਆਪਾਂ ਨੂੰ ਐਗਜ਼ਾਮ ਦੇ ਲਈ ਲੋੜ ਪੈ ਸਕਦੀ ਹੈ। ਹੁਣ ਜਿਹੜੇ ਇਹ ਕਲੇ ਮਿਨਰਲਸ ਹੁੰਦੇ ਨੇ, ਕਲੇ ਮਿਨਰਲਸ ਬੇਸਿਕਲੀ ਜਿਹੜੇ ਫਾਰਮ ਹੁੰਦੇ ਨੇ ਉਹ ਦੋ ਸ਼ੀਟਸ ਤੋਂ ਫਾਰਮ ਹੁੰਦੇ ਨੇ। ਇੱਕ ਤਾਂ ਸਿਲਿਕਾ ਸ਼ੀਟ ਹੁੰਦੀ ਹੈ, यानी कि सिलिका ਦੇ ਮਟੀਰੀਅਲਸ ਨੂੰ ਯੂਜ਼ ਕਰਕੇ, ਸਿਲਿਕਾ ਦੇ ਐਟਮਸ ਨੂੰ ਯੂਜ਼ ਕਰਕੇ ਇੱਕ ਸ਼ੀਟ ਫਾਰਮ ਹੁੰਦੀ ਹੈ, ਉਹਨੂੰ ਆਪਾਂ ਸਿਲਿਕਾ ਸ਼ੀਟ ਬੋਲ ਦਿੰਦੇ ਹਾਂ। ਦੂਸਰੀ ਆਪਣੇ ਕੋਲੇ ਐਲੂਮੀਨਾ ਸ਼ੀਟ ਹੁੰਦੀ ਹੈ, ਯਾਨੀ ਕਿ ਜਿਹਦੇ ਵਿੱਚ ਐਲੂਮੀਨੀਅਮ ਦੇ ਪਾਰਟੀਕਲਸ ਜ਼ਿਆਦਾ ਹੁੰਦੇ ਆ, ਜਾਂ ਇਹਨੂੰ ਆਪਾਂ ਜਿਪਸਾਈਟ ਸ਼ੀਟ ਵੀ ਬੋਲ ਦਿੰਦੇ ਹਾਂ। ਐਲੂਮੀਨਾ ਸ਼ੀਟ ਤੇ ਜਿਪਸਾਈਟ ਸ਼ੀਟ 'ਚ ਕੋਈ ਐਸਾ ਡਿਫਰੈਂਸ ਨਹੀਂ ਹੁੰਦਾ, ਦੋਨੇ ਸੇਮ ਚੀਜ਼ਾਂ ਹੁੰਦੀਆਂ ਨੇ। ਸਿਲਿਕਾ ਸ਼ੀਟ ਜਾਂ ਐਲੂਮੀਨਾ ਸ਼ੀਟ, ਇਹਨਾਂ ਦੋਨਾਂ ਨੂੰ ਫਾਰਮ ਹੋ ਕੇ, ਦੋਨਾਂ ਨੂੰ ਯੂਜ਼ ਕਰਕੇ ਕਲੇ ਮਿਨਰਲਸ ਫਾਰਮ ਹੁੰਦੇ ਨੇ। ਹੁਣ ਇਹਨਾਂ ਦੋਨੇ ਸ਼ੀਟਸ ਦੀਆਂ ਅਲੱਗ-ਅਲੱਗ ਪਲੇਸਮੈਂਟ ਦੇ ਅਕੋਰਡਿੰਗ ਕਲੇ ਦੇ ਅਲੱਗ-ਅਲੱਗ ਮਿਨਰਲਸ ਫਾਰਮ ਹੁੰਦੇ ਨੇ। ਕਿਹੜੇ ਕਲੇ ਮਿਨਰਲਸ ਹੁੰਦੇ ਨੇ? ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਕਿਓਲਾਈਨਾਈਟ ਬਾਰੇ। ਇਹ ਸਭ ਤੋਂ ਪਹਿਲਾ ਕਲੇ ਮਿਨਰਲ ਹੁੰਦਾ ਜਿਹੜਾ ਆਪਣਾ ਕਿਓਲਾਈਨਾਈਟ ਹੁੰਦਾ। ਕਿਓਲਾਈਨਾਈਟ ਦੀ ਸਟਰਕਚਰ ਕਿਸ ਤਰੀਕੇ ਨਾਲ ਹੁੰਦੀ ਹੈ? ਇਹਦੇ ਵਿੱਚ ਇੱਕ ਸਿਲਿਕਾ ਸ਼ੀਟ ਇੱਕ ਜਿਪਸਮ ਦੀ ਸ਼ੀਟ ਨਾਲ ਜਾਂ ਇੱਕ ਜਿਪਸਾਈਟ ਦੀ ਸ਼ੀਟ ਨਾਲ ਜੁੜੇ ਹੁੰਦੇ ਆ, ਲਾਈਕ ਦਿਸ। ਇੱਕ ਜਿਪਸਮ ਦੀ ਸ਼ੀਟ ਆ ਗਈ, ਨਾਲ ਦੀ ਨਾਲ ਹੀ ਉੱਪਰ ਇੱਕ नीचे अपनी आ गई एल्यूमिना शीट। ਅੱਗੇ ਜਿਹੜੀ ਇਹ ਐਲੂਮੀਨਾ ਸ਼ੀਟ ਹੁੰਦੀ ਹੈ ਇਹ ਦੂਸਰੇ ਮੋਲੀਕਿਊਲ ਦੀ ਸ਼ੀਟ ਨਾਲ ਜੁੜੀ ਹੁੰਦੀ ਹੈ, ਲਾਈਕ ਦਿਸ। ਇਸ ਤਰੀਕੇ ਨਾਲ ਜੁਆਇੰਟ ਹੁੰਦੇ, ਇਹਨਾਂ ਦੇ ਵਿੱਚ ਇੱਕ ਬੌਂਡ ਹੁੰਦਾ। ਕੈਓਲਾਈਨਾਈਟ ਮਿਨਰਲ ਦੇ ਵਿੱਚ ਹਾਈਡਰੋਜਨ ਬੌਂਡ ਹੁੰਦਾ। ਹਾਈਡਰੋਜਨ ਬੌਂਡ ਇੱਕ ਬਹੁਤ ਸਟਰੋਂਗ ਬੌਂਡ ਹੁੰਦਾ। ਸਟਰੋਂਗ ਬੌਂਡ ਤੋਂ ਮਤਲਬ ਇਹ ਜਲਦੀ ਆਪਣੀ ਸ਼ੇਪ, ਆਪਣਾ ਸਾਈਜ਼ ਚੇਂਜ ਨਹੀਂ ਕਰਦਾ। ਜੇ ਆਪਾਂ ਇੱਕ ਮੋਲੀਕਿਊਲ ਦਾ ਸਾਈਜ਼ ਦੇਖੀਏ ਤਾਂ ਅਪਰੋਕਸੀਮੇਟਲੀ 7 ਐਂਗਸਟ੍ਰੋਮ ਹੁੰਦਾ ਹੈ। ਜੇ ਤੁਹਾਨੂੰ ਨਹੀਂ ਪਤਾ ਐਂਗਸਟ੍ਰੋਮ ਦਾ ਮਤਲਬ, ਤਾਂ 1 ਐਂਗਸਟ੍ਰੋਮ ਕਾਹਦੇ ਬਰਾਬਰ ਹੁੰਦਾ ਹੈ? 10 raised to the power minus 10 ਮੀਟਰ। 1 ਐਂਗਸਟ੍ਰੋਮ is equal to 10 raised to the power minus 10 ਮੀਟਰ। ਇਹ ਕਿਓਲਾਈਨਾਈਟ ਦੀ ਸਟਰਕਚਰ ਹੁੰਦੀ ਹੈ। ਜੇ ਆਪਾਂ ਇੱਥੇ ਧਿਆਨ ਨਾਲ ਦੇਖੀਏ ਤਾਂ ਇੱਕ ਸਿਲਿਕਾ ਸ਼ੀਟ ਇੱਕ ਐਲੂਮੀਨੀਅਮ ਸ਼ੀਟ ਨਾਲ ਜੁੜੀ ਹੋਈ ਹੈ, ਤਾਂ ਇਸੇ ਨੂੰ ਹੀ ਆਪਾਂ ਕੀ ਬੋਲ ਦਿੰਦੇ ਆ? 1:1 ਮਿਨਰਲ। ਬਿਕੋਜ਼ ਇੱਕ ਸਿਲਿਕਾ ਸ਼ੀਟ ਇੱਕ ਦੂਸਰੀ ਸ਼ੀਟ ਨਾਲ ਜੁੜੀ ਹੋਈ ਹੈ, ਤਾਂ ਇਹਨੂੰ ਕੀ ਬੋਲ ਦਿੰਦੇ ਆ ਆਪਾਂ? 1:1 ਮਿਨਰਲ। ਇਹਨੂੰ ਆਪਾਂ ਐਸਾ ਯਾਦ ਵੀ ਰੱਖਾਂਗੇ, ਇਸ ਤੋਂ ਜ਼ਿਆਦਾ ਆਪਾਂ ਨੂੰ ਲੋੜ ਨਹੀਂ ਹੈਗੀ। ਇੱਕ ਸਿਲਿਕਾ ਸ਼ੀਟ ਇੱਕ ਐਲੂਮੀਨੀਅਮ ਸ਼ੀਟ ਦੇ ਨਾਲ ਜੁਆਇਨ ਹੁੰਦੀ ਹੈ। ਕਲੀਅਰ? मूव करते हैं अपने नेक्स्ट मिनरल के ऊपर, दैट इज इलाइट। इलाइट सैकेंड क्ले मिनरल हुंदा है। इसकी स्ट्रक्चर मैं इस तरीके नाल ड्रॉ की है। इत्थे इहदे विच दो सिलिका शीट्स एक एलूमीनियम शीट नाल ज्वाइंड हुंदियां ने। सिमिलरली दूसरे मॉलिक्यूल च भी दो सिलिका शीट्स होणगियां जिहड़े कि एक एलूमीनियम शीट नाल ज्वाइंड होणगियां। इन्हां दे विच जिहड़ा बॉन्ड हुंदा है एक के बॉन्ड, जां जिहनूं आपां पोटाशियम बॉन्ड बोल दिंदे हां। पोटाशियम बॉन्ड ਹੁੰਦਾ ਇਹਨਾਂ ਦੇ ਵਿੱਚ। ਜੇਕਰ ਇੱਕ ਮੋਲੀਕਿਊਲ ਦਾ ਆਪਾਂ ਸਾਈਜ਼ ਦੇਖੀਏ, ਇੱਕ ਮੋਲੀਕਿਊਲ ਦਾ ਸਾਈਜ਼ ਅਪਰੋਕਸੀਮੇਟਲੀ 9.6 ਐਂਗਸਟ੍ਰੋਮ ਹੁੰਦਾ ਹੈ, ਜਿਹਨੂੰ ਆਪਾਂ 10 ਐਂਗਸਟ੍ਰੋਮ ਵੀ ਮੰਨ ਲੈਂਦੇ ਹਾਂ। ਅਪਰੋਕਸੀਮੇਟਲੀ 9.6 ਐਂਗਸਟ੍ਰੋਮ ਜਾਂ 10 ਐਂਗਸਟ੍ਰੋਮ ਮੰਨ ਲੈਂਦੇ ਹਾਂ। पोटाशियम बॉन्ड की प्रॉपर्टी की होंदी है? पोटाशियम बॉन्ड एज कंपेयर टू केओलाइनाइट वाले हाइड्रोजन बॉन्ड नालों थोड़ा जिहा ज़्यादा स्वेल कर सकता हुंदा है, ज़्यादा श्रिंक कर सकता हुंदा है। यानी कि इन केस ऑफ इलाइट मिनरल जिहड़ी एक्सपेंशन लगा लो, स्वेलिंग लगा लो, वो ज़्यादा होगी एज कंपेयर टू केओलाइनाइट नालों। जे आपां मॉन्टमोरिलोनाइट की गल करिए, जिहड़ा कि अपना क्ले का तीसरा मिनरल है, दैट इज मॉन्टमोरिलोनाइट। सब तो पहले चैप्टर दे विच भी आपां इहदा नाम पढ़िया सी मॉन्टमोरिलोनाइट दा। इहदे विच भी सेम तरीका हुंदा, बिल्कुल इलाइट वांगू। दो सिलिका शीट्स हुंदियां ने ते एक एल्यूमीनियम शीट्स नाल ज्वाइंट हुंदियां ने, बट इहदे विच जिहड़ा बॉन्ड हुंदा है इह वाटर बॉन्ड हुंदा हैगा। वाटर बॉन्ड जां H2O बॉन्ड जिहनूं आपां बोल दिंदे हां। इस वाटर बॉन्ड की प्रॉपर्टी हुंदी है?
ਜਿਵੇਂ ਸੋਇਲ ਦੇ ਵਿੱਚ ਥੋੜਾ ਜਿਹਾ ਹੋਰ ਵਾਟਰ ਐਡ ਹੋਊਗਾ, ਜੇ ਆਪਾਂ ਸੋਇਲ ਦੇ ਵਿੱਚ ਵਾਟਰ ਕੰਟੈਂਟ ਇਨਕਰੀਜ਼ ਕਰਾਂਗੇ ਤਾਂ ਨਾਲ ਦੀ ਨਾਲ ਜਿਹੜਾ ਇਹ ਵਾਟਰ ਬੌਂਡ ਹੁੰਦਾ ਹੈ ਸਵੈਲ ਕਰਨਾ ਸ਼ੁਰੂ ਕਰ ਜਾਂਦਾ ਹੈ, ਇਹ ਥੋੜਾ ਜਿਹਾ ਫੈਲਣ ਲੱਗ ਜਾਂਦਾ, ਆਪਣੇ ਵੋਲਿਊਮ ਨੂੰ ਇਨਕਰੀਜ਼ ਕਰਨਾ ਸ਼ੁਰੂ ਕਰ ਦਿੰਦਾ। ਤਾਂ ਨਾਲ ਦੀ ਨਾਲ ਕੀ ਹੋਊਗਾ, ਜਿਹੜੀ ਮੇਰੀ ਸੋਇਲ ਹੋਊਗੀ ਉਹਦਾ ਵੋਲਿਊਮ ਵੀ ਕੀ ਹੋਣ ਲੱਗ ਜੂਗਾ, ਇਨਕਰੀਜ਼ ਹੋਣਾ ਸ਼ੁਰੂ ਹੋ ਜੂਗਾ। ਤਾਂ ਮੌਂਟਮਿਲੋਨਾਈਟ ਕੀ ਕਰੂਗਾ, ਇਸ ਵਾਟਰ ਬੌਂਡ ਨਾਲ ਆਪਣੇ ਵੋਲਿਊਮ ਨੂੰ ਇਨਕਰੀਜ਼ ਕਰ ਲੂਗਾ, ਤਾਂ ਜਿਹਦੇ ਨਾਲ ਸਾਰੀ ਸੋਇਲ ਕੀ ਹੋ ਜਾਂਦੀ ਹੈ, ਸਵੈਲ ਹੋ ਜਾਂਦੀ ਹੈ। ਜਿਵੇਂ ਆਪਾਂ ਵਾਟਰ ਕੰਟੈਂਟ ਡਿਕਰੀਜ਼ ਕਰਾਂਗੇ ਨਾਲ ਦੀ ਨਾਲ ਜਿਹੜਾ ਇਹਦੇ ਵਿੱਚ ਵਾਟਰ ਐਡ ਹੋਇਆ ਸੀ ਉਹ ਆਪਣੀ ਸਟਰਕਚਰ ਨੂੰ ਛੱਡ ਦੂਗਾ ਤੇ ਫਿਰ ਆਪਣੀ ਜਿਹੜੀ ਸੋਇਲ ਆ ਉਹ ਫਿਰ ਤੋਂ ਆਪਣੀ ਪਹਿਲਾਂ ਵਾਲੀ ਸਟਰਕਚਰ 'ਚ ਵਾਪਸ ਆ ਜੂਗੀ, ਯਾਨੀ ਕਿ ਵੋਲਿਊਮ ਕੀ ਹੋ ਜੂਗਾ, ਘਟ ਜੂਗਾ। ਜੇ ਆਪਾਂ ਵਾਟਰ ਨੂੰ ਡਿਕਰੀਜ਼ ਕਰਾਂਗੇ ਤਾਂ ਸੋਇਲ ਫਿਰ ਕੀ ਕਰ ਜੂਗੀ, ਸ਼ਰਿੰਕ ਕਰ ਜੂਗੀ। ਤਾਂ ਯਾਨੀ ਕਿ ਕੀ ਕਹਿ ਸਕਦੇ ਹਾਂ, ਮੌਂਟਮਿਲੋਨਾਈਟ ਕਰਕੇ ਸੋਇਲ ਹਾਈਲੀ ਸਵੈਲ ਕਰਦੀ ਹੈ ਤੇ ਹਾਈਲੀ ਸ਼ਰਿੰਕ ਕਰਦੀ ਹੈ, ਹਾਈਲੀ ਸਵੈਲ ਕਰਦੀ ਹੈ ਤੇ ਹਾਈਲੀ ਸ਼ਰਿੰਕ ਕਰਦੀ ਹੈ ਡਿਊ ਟੂ ਮੌਂਟਮਿਲੋਨਾਈਟ। ਜੇ ਇਹਨਾਂ ਦੋਨੇ ਮਿਨਰਲਸ ਦੇ ਵਿੱਚ ਦੋ ਸਿਲਿਕਾ ਸ਼ੀਟਸ ਇੱਕ ਐਲੂਮੀਨੀਅਮ ਸ਼ੀਟ ਨਾਲ ਜੁੜੀਆਂ ਹੋਈਆਂ ਨੇ ਤਾਂ ਹੀ ਇਹਨੂੰ ਆਪਾਂ 2:1 ਮਿਨਰਲ ਵੀ ਬੋਲ ਦਿੰਦੇ ਆ। ਸਿਮਿਲਰਲੀ ਮੌਂਟਮਿਲੋਨਾਈਟ ਨੂੰ ਵੀ 2:1 ਮਿਨਰਲ ਬੋਲ ਦਿੰਦੇ ਆ। ਇਹਦਾ ਜੇ ਆਪਾਂ ਸਾਈਜ਼ ਦੇਖੀਏ ਤਾਂ ਅਪਰੋਕਸੀਮੇਟਲੀ ਦੋਨਾਂ ਦਾ ਸਾਈਜ਼ ਸੇਮ ਹੁੰਦਾ ਹੈ। ਇਹਦਾ ਸਾਈਜ਼ ਵੀ ਆਪਣੇ ਕੋਲੇ 10 ਐਂਗਸਟ੍ਰੋਮ ਹੁੰਦਾ ਹੈ ਮੌਂਟਮਿਲੋਨਾਈਟ ਦਾ, ਕਿਓਲਾਈਨਾਈਟ ਦਾ 9.6 ਐਂਗਸਟ੍ਰੋਮ ਸਾਈਜ਼ ਹੁੰਦਾ ਹੈਗਾ। ਤਾਂ ਮੌਂਟਮਿਲੋਨਾਈਟ ਸਭ ਤੋਂ ਜ਼ਿਆਦਾ ਸਵੈਲ ਕਰਦਾ ਹੈ, ਉਸ ਤੋਂ ਘੱਟ ਇਲਾਈਟ ਤੇ ਉਸ ਤੋਂ ਘੱਟ ਕਿਓਲਾਈਨਾਈਟ। ਜੇ ਆਪਾਂ ਇਹਨਾਂ ਦੀ ਐਗਜ਼ਾਮਪਲ ਦੇਖਣੀ ਹੋਵੇ ਤਾਂ ਆਪਾਂ ਕੀ ਕਹਿ ਸਕਦੇ ਹਾਂ, ਮੌਂਟਮਿਲੋਨਾਈਟ ਜਿਹੜੀ ਬਲੈਕ ਕਾਟਨ ਸੋਇਲ ਹੁੰਦੀ ਹੈ, ਬਲੈਕ ਕਾਟਨ ਸੋਇਲ ਉਹ ਇਹਦੀ ਐਗਜ਼ਾਮਪਲ ਹੁੰਦੀ ਹੈ। ਇਹਦੀ ਐਗਜ਼ਾਮਪਲ ਆਪਾਂ ਲੈ ਸਕਦੇ ਹਾਂ ਬਲੈਕ ਕਾਟਨ ਸੋਇਲ। ਜਿਹੜੀ ਬਲੈਕ ਕਾਟਨ ਸੋਇਲ ਹੁੰਦੀ ਹੈ ਇਹਦੀ ਪ੍ਰੋਪਰਟੀ ਕੀ ਹੁੰਦੀ ਹੈ, ਇਹ ਬਹੁਤ ਜਲਦੀ ਸਵੈਲ ਕਰਦੀ ਹੈ ਤੇ ਬਹੁਤ ਜਲਦੀ ਸ਼ਰਿੰਕ ਕਰਦੀ ਹੁੰਦੀ ਹੈ ਬਲੈਕ ਕਾਟਨ ਸੋਇਲ। ਇਲਾਈਟ ਦੀ ਜੇ ਆਪਾਂ ਐਗਜ਼ਾਮਪਲ ਲੈਣੀ ਹੋਵੇ ਤਾਂ ਇੱਕ ਸ਼ੇਲ ਸੋਇਲ ਹੁੰਦੀ ਹੈ, ਸ਼ੇਲ ਪੱਥਰ ਹੁੰਦਾ ਇੱਕ ਸਟੋਨ, ਤਾਂ ਉਹ ਇਲਾਈਟ ਦੀ ਐਗਜ਼ਾਮਪਲ ਹੁੰਦੀ ਹੈ ਸ਼ੇਲ। ਜੇ ਆਪਾਂ ਕਿਓਲਾਈਨਾਈਟ ਦੀ ਐਗਜ਼ਾਮਪਲ ਲੈਣੀ ਹੋਵੇ ਤਾਂ ਇਹਦੀ ਐਗਜ਼ਾਮਪਲ ਆਪਾਂ ਕੀ ਲੈ ਸਕਦੇ ਹਾਂ, ਤੁਸੀਂ ਸਾਰਿਆਂ ਨੇ ਚਾਈਨਾ ਕਲੇ ਦੇਖੀ ਹੋਊਗੀ, ਆਪਣੇ ਸਾਰਿਆਂ ਦੇ ਘਰਾਂ ਜਿਹੜੇ ਵਾਸ਼ ਬੇਸਿਨ ਵਗੈਰਾ ਹੁੰਦੇ ਨੇ ਉਹ ਚਾਈਨਾ ਕਲੇ ਨਾਲ ਫਾਰਮ ਹੁੰਦੇ ਨੇ ਵਾਈਟ ਕਲਰ ਦੀ, ਦੈਟ ਇਜ਼ ਐਨ ਐਗਜ਼ਾਮਪਲ ਆਫ ਕਿਓਲਾਈਨਾਈਟ। ਤਾਂ ਕਿਓਲਾਈਨਾਈਟ, ਇਲਾਈਟ ਤੇ ਮੌਂਟਮਿਲੋਨਾਈਟ ਤਿੰਨੇ ਮੋਸਟ ਇੰਪੋਰਟੈਂਟ ਮਿਨਰਲਸ ਨੇ ਆਪਣੇ ਐਗਜ਼ਾਮ ਦੇ ਲਈ। ਇਹਨਾਂ ਵਿੱਚੋਂ ਆਪਾਂ ਮੇਨਲੀ ਧਿਆਨ 'ਚ ਕੀ ਰੱਖਣਾ ਹੈ ਕਿ ਕਿਹੜਾ ਸਭ ਤੋਂ ਜ਼ਿਆਦਾ ਸਵੈਲ ਕਰੂਗਾ, ਕਿਹੜਾ ਸਭ ਤੋਂ ਜ਼ਿਆਦਾ ਸ਼ਰਿੰਕ ਕਰੂਗਾ। ਇਸ ਤੋਂ ਬਿਨਾਂ ਆਪਾਂ ਧਿਆਨ ਵਿੱਚ ਇਹ ਵੀ ਰੱਖਣਾ ਹੁੰਦਾ ਕਿ ਇਹਨਾਂ ਦੇ ਸਾਈਜ਼ ਅਪਰੋਕਸੀਮੇਟਲੀ ਕਿਹੜੇ-ਕਿਹੜੇ ਨੇ, ਕਿੰਨੇ ਸਾਈਜ਼ ਹੈ ਤੇ ਇਹਨਾਂ ਵਿੱਚ ਬੌਂਡ ਕਿਹੜਾ-ਕਿਹੜਾ ਹੈਗਾ। ਕਿਓਲਾਈਨਾਈਟ 'ਚ ਹਾਈਡਰੋਜਨ ਬੌਂਡ, ਇਲਾਈਟ ਦੇ ਵਿੱਚ ਪੋਟਾਸ਼ੀਅਮ ਬੌਂਡ, ਮੌਂਟਮਿਲੋਨਾਈਟ ਦੇ ਵਿੱਚ ਆਪਣੇ ਕੋਲੇ ਵਾਟਰ ਬੌਂਡ ਹੁੰਦਾ। ਵਾਟਰ ਬੌਂਡ ਸਭ ਤੋਂ ਜ਼ਿਆਦਾ ਸਵੈਲ ਕਰਦਾ, ਸਭ ਤੋਂ ਜ਼ਿਆਦਾ ਸ਼ਰਿੰਕ ਕਰਦਾ। ਜਿਹੜੀ ਵੀ ਸੋਇਲ ਸਵੈਲ ਜਾਂ ਸ਼ਰਿੰਕ ਕਰੂਗੀ ਉਹਦਾ ਇੱਕੋ ਇੱਕ ਰੀਜ਼ਨ ਹੋਊਗਾ, ਦੈਟ ਇਜ਼ ਮੌਂਟਮਿਲੋਨਾਈਟ। ਜੇ ਕੋਈ ਵੀ ਸੋਇਲ ਦੇ ਵਿੱਚ ਸਵੈਲਿੰਗ ਤੇ ਸ਼ਰਿੰਕੇਜ ਸ਼ੋ ਹੋ ਰਹੀ ਹੈ ਆਪਾਂ ਨੂੰ ਨਾਲ ਦੀ ਨਾਲ ਪਤਾ ਲੱਗ ਜੂਗਾ ਵੀ ਉਹਦੇ ਵਿੱਚ ਮੌਂਟਮਿਲੋਨਾਈਟ ਐਗਜ਼ਿਸਟ ਕਰਦਾ ਹੈ। ਜੇ ਆਪਾਂ ਸੈਂਡੀ ਸੋਇਲ ਜਾਂ ਗ੍ਰੈਵਲੀ ਸੋਇਲ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਤਿੰਨੇ ਮਿਨਰਲਸ ਐਬਸੈਂਟ ਹੁੰਦੇ ਨੇ, ਯਾਨੀ ਕਿ ਮੌਂਟਮਿਲੋਨਾਈਟ ਪੂਰੀ ਤਰ੍ਹਾਂ ਐਬਸੈਂਟ ਹੁੰਦਾ ਹੈ। ਇਹੀ ਰੀਜ਼ਨ ਹੈ ਕਿ ਜਿਹੜੀਆਂ ਸੈਂਡੀ ਸੋਇਲਸ ਹੁੰਦੀਆਂ ਐਂਡ ਗ੍ਰੈਵਲੀ ਸੋਇਲਸ ਹੁੰਦੀਆਂ ਇਹ ਬਿਲਕੁਲ ਵੀ ਸਵੈਲ ਨਹੀਂ ਕਰਦੀਆਂ, ਬਿਲਕੁਲ ਵੀ ਸ਼ਰਿੰਕ ਨਹੀਂ ਕਰਦੀਆਂ। ਕਲੀਅਰ? ਇਹ ਸੀਗੇ ਆਪਣੇ ਕਲੇ ਮਿਨਰਲਸ ਐਂਡ ਸੋਇਲ ਸਟਰਕਚਰਸ। ਇਹ ਆਪਣਾ ਟੌਪਿਕ ਇੰਨਾ ਕੀ ਹੈ, ਛੋਟਾ ਜਿਹਾ ਟੌਪਿਕ ਹੈ। ਤੁਸੀਂ ਇਸ ਟੌਪਿਕ ਦੇ ਵਿੱਚੋਂ ਆਪਾਂ ਨੂੰ ਮੋਸਟਲੀ ਥਿਓਰੈਟੀਕਲ ਕੁਐਸਚਨਸ ਹੀ ਦੇਖਣ ਨੂੰ ਮਿਲਣਗੇ। ਆਪ ਨੂੰ ਕੋਈ ਵੀ ਨਿਊਮੈਰੀਕਲ ਪਾਰਟ ਇਹਦੇ ਵਿੱਚੋਂ ਨਹੀਂ ਆਉਂਦਾ। ਜਿਹੜੀ ਆਪਾਂ ਪਹਿਲਾਂ ਸਟਰਕਚਰਸ ਪੜ੍ਹੀਆਂ ਸੀਗੀਆਂ ਉਹ ਬਹੁਤ ਇੰਪੋਰਟੈਂਟ ਹੈ ਤੇ ਨਾਲ ਹੀ ਇਹ ਮਿਨਰਲਸ ਵੀ। ਇਹਨਾਂ ਨੂੰ ਧਿਆਨ ਨਾਲ ਰਿਵਾਈਜ਼ ਕਰ ਲਿਓ। ਨੈਕਸਟ ਲੈਕਚਰ ਦੇ ਵਿੱਚ ਆਪਾਂ ਆਪਣਾ ਅਗਲਾ ਟੌਪਿਕ ਹੈ ਜਿਹੜਾ ਪਰਮੇਬਿਲਿਟੀ ਉਹ ਸ਼ੁਰੂ ਕਰਾਂਗੇ। ਜਿਨ੍ਹਾਂ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ। ਜੇ ਕੋਈ ਡਾਊਟ ਆ ਰਿਹਾ ਹੈ ਟੌਪਿਕਸ ਦੇ ਵੀ ਤੁਸੀਂ ਕਮੈਂਟਸ ਮੈਂਸ਼ਨ ਕਰ ਸਕਦੇ ਹੋ ਜਾਂ ਆਪਣੇ WhatsApp ਐਂਡ Telegram ਗਰੁੱਪ 'ਚ ਵੀ ਦੱਸ ਸਕਦੇ ਹੋ, ਜਿਨ੍ਹਾਂ ਦੇ ਲਿੰਕ ਨੀਚੇ ਡਿਸਕ੍ਰਿਪਸ਼ਨ 'ਚ ਗਿਵਨ ਨੇ। ਥੈਂਕ ਯੂ ਵੈਰੀ ਮਚ।